ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗगन दमामा बाजियो पर्यो निशाना घाओ, खेत जो मांडियो सूरमा अब जूजन को दाओ। सूरा सो पहचानिए जो लरै दीन के हेत, पुरजा पुरजा कट मरै कब हूँ ना छाड़ै खेत। जून का यह पहला हफ्ता 1984 के हवाले नाल ਸਿੰਘਾਂ ਦੀਆਂ ਸ਼ਹਾਦਤਾਂ, ਕੁਰਬਾਨੀਆਂ ਅਤੇ ਜਨੂਨੀ ਹੌਸਲੇ ਤੇ ਜਜ਼ਬੇ ਲਈ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਂਦਾ ਰਹੇਗਾ। 1984 ਈਸਵੀ ਵਿੱਚ 1 ਜੂਨ ਤੋਂ ਲੈ ਕੇ 6 ਜੂਨ ਤੱਕ ਚੱਲੇ ਇਸ ਘਟਨਾਕ੍ਰਮ ਵਿੱਚ ਸੰਸਾਰ ਦਾ ਇੱਕ ਨਿਵੇਕਲਾ ਇਤਿਹਾਸ ਬਣਿਆ। ਆਪਣੇ ਨਾਲ ਗਦਾਰੀਆਂ ਕੀਤੀਆਂ ਆਪਣੀ ਹੀ ਚੁਣੀ ਹੋਈ ਸਰਕਾਰ ਨੇ ਸਾਰੇ ਕਾਨੂੰਨ ਸਿੱਕੇ ਟੰਗ ਕੇ ਸਿੱਖਾਂ ਦੇ ਸਭ ਤੋਂ ਪਾਵਨ ਸਥਾਨ ਉੱਤੇ ਹਮਲਾ ਕੀਤਾ। ਇੱਥੇ ਹੀ ਬਸ ਨਹੀਂ, ਪੰਜਾਬ ਭਰ ਦੇ ਲਗਭਗ 37 ਗੁਰਦੁਆਰਿਆਂ ਉੱਤੇ ਹਮਲਾ ਕੀਤਾ ਗਿਆ, ਉਹ ਵੀ ਸ਼ਹੀਦਾਂ ਦੇ ਸਿਰਤਾਜ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਪਾਵਨ ਸ਼ਹੀਦੀ ਦਿਹਾੜੇ ਉੱਤੇ, ਜਿਸ ਤੋਂ ਮੌਕੇ ਦੀ ਸਰਕਾਰ ਦੀ ਮਨਸ਼ਾ ਜਗ ਜ਼ਾਹਰ ਹੁੰਦੀ ਹੈ। ਦੁਨੀਆ ਦੀ ਇੱਕ ਵੱਡੀ ਸ਼ਕਤੀ ਮੰਨੀ ਜਾਣ ਵਾਲੀ ਆਰਮੀ ਨੇ ਆਪਣੇ ਹਰ ਹੱਥ ਕੰਡੇ ਅਪਣਾਏ, ਕੇਵਲ ਤੇ ਕੇਵਲ 200 ਕੁ ਸਿੰਘਾਂ ਨੂੰ ਫੜਨ ਲਈ। ਫੌਜ ਵੱਲੋਂ ਆਪਣੇ ਸਪੈਸ਼ਲ ਕਮਾਂਡੋ, ਟੈਂਕ, ਵਿਸ਼ੇਸ਼ ਬਖਤਰਬੰਦ ਗੱਡੀਆਂ, ਹੈਲੀਕਾਪਟਰ ਤੇ ਹੋਰ ਅਤ ਆਧੁਨਿਕ ਹਥਿਆਰ ਵਰਤੇ ਗਏ। ਉਧਰ ਮਰਜੀਵਣਿਆਂ ਨੇ ਵੀ ਆਪਣੇ ਸਿਰ ਧੜ ਦੀਆਂ ਬਾਜ਼ੀਆਂ ਲਾ ਦਿੱਤੀਆਂ। ਆਓ ਇਸ ਸਾਰੇ ਘਟਨਾਕ੍ਰਮ ਬਾਰੇ ਸੰਖੇਪ ਵਿੱਚ ਜਾਣਨ ਦਾ ਯਤਨ ਕਰਦੇ ਹਾਂ। ਜੂਨ 1984 ਦਾ ਜੰਗ ਤਕਰੀਬਨ 1 ਜੂਨ ਤੋਂ 6 ਜੂਨ ਤੱਕ ਚੱਲਿਆ। ਇਸ ਜੰਗ ਵਿੱਚ ਇੱਕ ਪਾਸੇ ਮੁੱਠੀ ਭਰ ਮਰ ਜੀਵੜੇ ਸਿੱਖ ਸਨ, ਜਿਨ੍ਹਾਂ ਦੀ ਗਿਣਤੀ 100 ਤੋਂ 500 ਦੇ ਕਰੀਬ ਵੱਖ-ਵੱਖ ਲੇਖਕ ਤੇ ਇਤਿਹਾਸਕਾਰ ਮੰਨਦੇ ਨੇ। ਇਹਨਾਂ ਮੌਤ ਮਖੌਲੀ ਮਰ ਜੀਵੜਿਆਂ ਦੀ ਕਮਾਨ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਅਗਵਾਈ ਵਿੱਚ ਜਨਰਲ ਸ਼ੁਬੇਗ ਸਿੰਘ ਕਰ ਰਹੇ ਸਨ। ਦੂਸਰੇ ਪਾਸੇ ਦੁਨੀਆ ਦੀ ਵੱਡੀ ਫੌਜੀ ਤਾਕਤ, ਜਿਸ ਦੇ ਮੁਖੀ ਜਨਰਲ ਵੈਦਿਆ ਸੀ, ਇਸ ਦੇ ਨਾਲ ਜਨਰਲ ਸੁੰਦਰ, ਜਨਰਲ ਦਿਆਲ, ਜਨਰਲ ਕੁਲਦੀਪ ਬਰਾੜ ਆਦਿ ਚੋਟੀ ਦੇ ਫੌਜੀ ਅਫਸਰ ਕਰ ਰਹੇ ਸਨ। ਜੇ ਲੈਫਟੀਨੈਂਟ ਜਨਰਲ ਕੁਲਦੀਪ ਬਰਾੜ ਦੀ ਲਿਖਤ ਦੀ ਮੰਨੀਏ ਤਾਂ ਪੂਰੇ ਹਿੰਦੁਸਤਾਨ ਦੀ ਫੌਜ ਦਾ 67% ਹਿੱਸਾ ਪੰਜਾਬ ਵਿੱਚ ਲਗਾਇਆ ਗਿਆ ਸੀ। 6 ਲੱਖ ਫੌਜ ਪੂਰੇ ਪੰਜਾਬ ਵਿੱਚ, 1,33,000 ਫੌਜ ਬਲੂ ਸਟਾਰ ਲਈ ਸ੍ਰੀ ਅੰਮ੍ਰਿਤਸਰ ਦੇ 25 ਕਿਲੋਮੀਟਰ ਦੇ ਘੇਰੇ ਤੇ ਲਾਈ ਗਈ ਸੀ। ਜੇਕਰ ਵੱਧ ਤੋਂ ਵੱਧ ਸਿੰਘਾਂ ਦੀ ਗਿਣਤੀ ਮੰਨ ਲਈਏ ਤਾਂ 500 ਸਿੰਘਾਂ ਲਈ ਇੰਨੀ ਵੱਡੀ ਫੌਜ। ਇਸ ਤੋਂ ਪਤਾ ਚੱਲਦਾ ਏ ਕਿ ਸਿੰਘਾਂ ਦੇ ਜੋਸ਼ ਤੋਂ ਕਿੰਨਾ ਡਰਦੀ ਸੀ ਭਾਰਤ ਸਰਕਾਰ। ਫੌਜ ਦੀ ਮਦਦ ਲੈਣ ਤੋਂ ਪਹਿਲਾਂ ਭਾਰਤ ਦੀ ਇੰਦਰਾ ਗਾਂਧੀ ਦੀ ਸਰਕਾਰ ਨੇ ਪੰਜਾਬ ਪੁਲਿਸ, CRP, BSF ਨੂੰ ਹਮਲਾ ਕਰਨ ਲਈ ਕਿਹਾ ਸੀ, ਪਰ ਉਹਨਾਂ ਨੇ ਸਿੰਘਾਂ ਨਾਲ ਲੜਨ ਤੋਂ ਅਸਮਰੱਥਾ ਜਤਾ ਦਿੱਤੀ ਸੀ। ਫਿਰ ਸਰਕਾਰ ਨੇ ਫੌਜ ਨੂੰ ਕਮਾਨ ਸੰਭਾਲ ਦਿੱਤੀ। ਸਰਕਾਰ ਵੱਲੋਂ ਫੌਜ ਨੂੰ ਅਜਿਹੀਆਂ ਪਾਵਰਾਂ ਦਿੱਤੀਆਂ ਗਈਆਂ ਕਿ ਫੌਜ ਜਨਰਲਾਂ ਨੂੰ ਇਹ ਕਹਿਣਾ ਪਿਆ ਕਿ ਜੇਕਰ ਇਹ ਪਾਵਰਾਂ ਕਿਤੇ ਪਾਕਿਸਤਾਨ ਜਾਂ ਚੀਨ ਵਿਰੁੱਧ ਫੌਜ ਨੂੰ ਦਿੱਤੀਆਂ ਜਾਣ ਤਾਂ ਫੌਜ ਕੁਝ ਕੁ ਮਹੀਨਿਆਂ ਵਿੱਚ ਇਹਨਾਂ ਦੇਸ਼ਾਂ ਨੂੰ ਭਾਰਤ ਦਾ ਹਿੱਸਾ ਬਣਾ ਸਕਦੀ ਹੈ। ਫੌਜੀਆਂ ਨੂੰ ਵਿਸ਼ੇਸ਼ ਰੂਪ ਵਿੱਚ ਕਿਹਾ ਗਿਆ ਕਿ ਉਹ ਬੇਝਿਜਕ ਹੋ ਕੇ ਇਮਾਰਤ ਦੇ ਕਿਸੇ ਵੀ ਪਾਸੇ ਹਮਲਾ ਕਰ ਸਕਦੇ ਨੇ, ਚਾਹੇ ਉਹ ਇਮਾਰਤ ਸ਼੍ਰੀ ਦਰਬਾਰ ਸਾਹਿਬ ਦੀ ਹੀ ਕਿਉਂ ਨਾ ਹੋਵੇ। ਅਗਰ ਕੋਈ ਜਵਾਨ ਕਿਸੇ ਔਰਤ ਦੀ ਬੇਇੱਜ਼ਤੀ ਕਰ ਦੇਵੇ ਤਾਂ ਉਸ ਨੂੰ ਕੋਈ ਸਜ਼ਾ ਨਹੀਂ ਦਿੱਤੀ ਜਾਵੇਗੀ, ਕਿਸੇ ਵੀ ਫੌਜੀ ਦਾ ਕੋਰਟ ਮਾਰਸ਼ਲ ਨਹੀਂ ਕੀਤਾ ਜਾਵੇਗਾ ਆਦਿ। 1 ਜੂਨ ਨੂੰ ਪਾਕਿਸਤਾਨੀ ਤੋਂ ਜੇਤੂ ਹੌਸਲੇ ਨਾਲ ਭਰੀ ਭਾਰਤੀ ਫੌਜ ਨੇ ਇਹ ਮਿੱਥਿਆ ਹੋਇਆ ਸੀ 2 ਘੰਟੇ ਵਿੱਚ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਘੇਰਾ ਪਾ ਕੇ ਅਗਲੇ 5 ਘੰਟਿਆਂ ਦੇ ਅੰਦਰ ਸਾਰੇ ਜੰਗੀ ਖੇਤਰ ਤੇ ਕਬਜ਼ਾ ਕਰਕੇ ਸਵੇਰ ਹੁੰਦਿਆਂ ਤੱਕ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਇੰਦਰਾ ਗਾਂਧੀ ਦੇ ਅੱਗੇ ਦਿੱਲੀ ਪੇਸ਼ ਕਰ ਦਿੱਤਾ ਜਾਵੇਗਾ। ਪਰ ਦਿੱਲੀ ਦੇ ਇਸ਼ਾਰੇ ਤੇ 1 ਤਾਰੀਖ ਨੂੰ ਫੌਜ ਨੇ ਹਮਲਾ 24 ਘੰਟਿਆਂ ਲਈ ਅੱਗੇ ਪਾ ਦਿੱਤਾ। 2 ਜੂਨ ਨੂੰ ਸ਼ਾਮ ਫੌਜ ਵੱਲੋਂ ਉੱਪਰੋਂ ਮਿਲੀਆਂ ਹਦਾਇਤਾਂ ਅਨੁਸਾਰ ਸੰਤ ਜਰਨੈਲ ਸਿੰਘ ਨੂੰ ਲਾਲਚ ਦੇਣ ਹਿੱਤ ਇੱਕ ਸੁਨੇਹਾ 14 ਸਿੱਖ ਫੌਜੀਆਂ ਰਾਹੀਂ ਅੰਦਰ ਭੇਜਿਆ, ਜਿਸ ਵਿੱਚ 1 ਅਰਬ ਅਮਰੀਕੀ ਡਾਲਰ, ਯੂਰਪ ਦੇ ਮਨਚਾਹੇ ਦੇਸ਼ ਦੀ ਸਿਟੀਜ਼ਨਸ਼ਿਪ, ਪਾਕਿਸਤਾਨ ਸੁਰੱਖਿਅਤ ਭੇਜਣ, ਸੈਂਸਰ ਲਾ ਕੇ ਪੰਜਾਬ ਦਾ ਮੁੱਖ ਮੰਤਰੀ ਥਾਪਣਾ ਆਦਿ ਸਨ। ਪਰ ਸੰਤਾਂ ਦਾ ਇਸ ਤੇ ਕੋਈ ਅਸਰ ਨਹੀਂ ਹੋਇਆ, ਸਗੋਂ 14 ਗਏ ਫੌਜੀ ਵੀ ਸੰਤਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋ ਕੇ ਸਿੰਘਾਂ ਨਾਲ ਹੀ ਡਟ ਗਏ। ਅਖੀਰ 2 ਜੂਨ ਨੂੰ ਫੌਜ ਨੇ 10 ਵਜੇ ਰਾਤੀ ਹਮਲਾ ਕੀਤਾ, ਜਿਸ ਵਿੱਚ ਉਸ ਦੀ ਜਾਦੂ ਦੀ ਫੌਜ ਅਖਵਾਉਣੇ 1900 ਦੇ ਕਰੀਬ ਫੌਜੀ ਮਾਰੇ ਗਏ।
ਗੱਲ ਕੀ 6 ਜੂਨ ਦੀ ਰਾਤ ਤੱਕ ਚੱਲੀ ਇਸ ਜੰਗ ਵਿੱਚ ਭਾਰਤੀ ਫੌਜ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਕੇ ਆਪਣੀ ਜਿੱਤ ਦਾ ਬਿਗੁਲ ਵਜਾ ਦਿੱਤਾ ਸੀ। ਪਰ ਇਸ ਦੇ ਲਈ ਉਸ ਨੂੰ ਆਪਣੇ 15,000 ਦੇ ਕਰੀਬ ਜਵਾਨ ਗਵਾਉਣੇ ਪਏ। 2 ਘੰਟਿਆਂ ਵਿੱਚ ਸੰਤ ਜਰਨੈਲ ਸਿੰਘ ਨੂੰ ਗ੍ਰਿਫਤਾਰ ਕਰਨ ਵਾਲੀ ਫੌਜ ਨੂੰ 6 ਜੂਨ ਤੱਕ ਆਪਣੇ ਹਰ ਹੀਲੇ ਵਰਤਣੇ ਪਏ। ਇਸ ਵਿੱਚ ਰੂਸ ਤੇ ਫਰਾਂਸ ਤੋਂ ਸਪੈਸ਼ਲ ਸਿਖਲਾਈ ਪ੍ਰਾਪਤ 1300 NSG ਜਵਾਨ ਹੋਣ, 7 ਹੈਲੀਕਾਪਟਰ, ਰੂਸ ਤੋਂ ਵਿਸ਼ੇਸ਼ ਰੂਪ ਨਾਲ ਤਿਆਰ ਬਖਤਰਬੰਦ ਗੱਡੀਆਂ, 7 ਤੋਪਾਂ, ਫੌਜੀ ਟੈਂਕ ਅਤੇ ਹੋਰ ਅਤ ਆਧੁਨਿਕ ਹਥਿਆਰ ਜਿਨ੍ਹਾਂ ਦੀ ਕੋਈ ਗਿਣਤੀ ਨਹੀਂ ਆਦਿ ਕਿਉਂ ਨਾ ਹੋਵੇ। ਭਾਰਤੀ ਫੌਜ ਵੱਲੋਂ ਉਸ ਸਮੇਂ ਫੌਜ ਦੇ ਕਰਵਾਏ ਸਰਵੇ ਤੋਂ ਇਹ ਗੱਲ ਵੀ ਜ਼ਾਹਰ ਹੋਈ ਕਿ ਫੌਜੀਆਂ ਦੇ ਹੌਸਲੇ ਇੰਨੇ ਪਸਤ ਹੋ ਚੁੱਕੇ ਸਨ ਕਿ 48% ਫੌਜੀ ਨੌਕਰੀ ਛੱਡਣ ਨੂੰ ਤਿਆਰ ਸਨ। ਫੌਜ ਨੂੰ ਇਸ ਜੰਗ ਦੌਰਾਨ 2 ਵਾਰ ਹਾਈ ਅਲਾਰਮ ਵਜਾਉਣਾ ਪਿਆ, ਜਿਹੜਾ ਕਿ 1962 ਵਿੱਚ ਚੀਨ ਦੀ ਜੰਗ ਦੌਰਾਨ ਵਜਾਉਣਾ ਪਿਆ ਸੀ। 2 ਵਾਰ ਸਿੰਘਾਂ ਨਾਲ ਫੈਸਲਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਆਪਣੀ ਵਾਰ-ਵਾਰ ਹੋ ਰਹੀ ਦੁਰਸ਼ਾ ਕਾਰਨ ਹੁਣ ਫੌਜ ਮੁਖੀ ਸਰਕਾਰ ਤੋਂ ਐਟਮ ਬੰਬ ਦੀ ਮੰਗ ਬਾਰੇ ਵਿਚਾਰ ਕਰਨ ਲੱਗ ਪਿਆ ਸੀ। ਸਿੰਘਾਂ ਹੱਥੋਂ ਭਾਰਤੀ ਫੌਜੀਆਂ ਦੀ ਹੋ ਰਹੀ ਮੌਤ ਕਾਰਨ ਫੌਜ ਮੁਖੀ ਜਨਰਲ ਵੈਦਿਆ ਨੂੰ ਇਹ ਕਹਿਣਾ ਪਿਆ, ਅਗਰ ਸਾਡੀ ਫੌਜ ਇਸੇ ਤਰ੍ਹਾਂ ਮਰਦੀ ਰਹੀ ਤਾਂ ਪਾਕਿਸਤਾਨ ਅਤੇ ਚੀਨ ਦੇ ਸਾਹਮਣੇ ਸਾਡੀ ਬੇਇੱਜ਼ਤੀ ਇਸ ਤਰ੍ਹਾਂ ਹੋਵੇਗੀ ਜਿਵੇਂ ਕਿਸੇ ਪਿਓ ਦੀ ਧੀ ਦੀ ਇੱਜ਼ਤ ਉਸ ਦੇ ਨੌਕਰ ਨੇ ਲੁੱਟ ਲਈ ਹੋਵੇ। ਇਸ ਤੋਂ ਚੰਗਾ ਹੋਵੇਗਾ ਕਿ ਅਸੀਂ ਫੌਜ ਤੋਂ ਅਸਤੀਫਾ ਦੇ ਕੇ ਹਿਮਾਚਲ ਦੇ ਪਹਾੜਾਂ ਵਿੱਚ ਜਾ ਬੈਠੀਏ। ਇਸ ਜੰਗ ਵਿੱਚ ਜੋ ਹਾਲ ਸਿੰਘਾਂ ਨੇ ਭਾਰਤੀ ਫੌਜ ਦਾ ਕੀਤਾ, ਉਸ ਦਾ ਅਫਸੋਸ ਚੀਨ, ਰੂਸ, ਪਾਕਿਸਤਾਨ ਸਮੇਤ ਕਈ ਦੇਸ਼ਾਂ ਨੇ ਭਾਰਤ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨਾਲ ਕੀਤਾ ਤੇ ਚਟਕਾਰੇ ਲਏ। ਜਨਰਲ ਸ਼ੁਬੇਗ ਸਿੰਘ ਵੱਲੋਂ ਕੀਤੀ ਜੰਗਬੰਦੀ ਨੇ ਇਹ ਦਰਸਾ ਦਿੱਤਾ ਕਿ ਐਵੇਂ ਨਹੀਂ ਸੂਰਮੇ ਨੇ ਬੰਗਲਾਦੇਸ਼ ਨਾਲ ਜੰਗ ਦੌਰਾਨ ਦੁਸ਼ਮਣਾਂ ਦੇ 90,000 ਫੌਜੀਆਂ ਦੇ ਹੱਥ ਖੜੇ ਕਰਵਾ ਦਿੱਤੇ ਸਨ। ਇਸ ਜੰਗ ਵਿੱਚ ਸੰਤ ਜਰਨੈਲ ਸਿੰਘ, ਜਨਰਲ ਸੁਪੇਗ ਸਿੰਘ ਦੇ ਨਾਲ ਲਗਭਗ 138 ਸਿੰਘ ਆਪਣੇ ਧਰਮ ਲਈ ਸ਼ਹੀਦ ਹੋ ਗਏ। ਇਸ ਤੋਂ ਇਲਾਵਾ 5,000 ਦੇ ਕਰੀਬ ਨਿਹੱਥੇ ਸਿੱਖ ਸ਼ਰਧਾਲੂ ਫੌਜੀ ਕਾਰਵਾਈ ਦੌਰਾਨ ਮਾਰ ਦਿੱਤੇ ਗਏ, ਜਿਸ ਕਾਰਨ ਸਿੱਖ ਇਸ ਨੂੰ ਤੀਜੇ ਘੱਲੂਘਾਰੇ ਦੇ ਰੂਪ ਵਿੱਚ ਯਾਦ ਕਰਦੇ ਨੇ। ਇੱਕ ਪਾਸੇ ਜਿੱਥੇ ਕੁਲਦੀਪ ਬਰਾੜ ਲਿਖਦਾ ਏ ਕਿ ਸਾਡੀ ਫੌਜ ਵਿੱਚ ਡਰ ਦਾ ਮਾਹੌਲ ਬਣ ਗਿਆ ਸੀ, ਉੱਥੇ ਦੂਸਰੇ ਪਾਸੇ ਡਾਕਟਰ ਭਗਵਾਨ ਸਿੰਘ, ਜੋ ਖੁਦ ਇਸ ਜੰਗ ਵਿੱਚ ਸਿੰਘਾਂ ਨਾਲ ਇੱਕ ਮੋਰਚੇ ਤੇ ਡਟੇ ਹੋਏ ਸਨ, ਕਹਿੰਦੇ ਨੇ ਕਿ ਸਿੰਘ ਤਾਂ ਫੌਜ ਦੇ ਆਉਣ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਮੌਕੇ ਦੀ ਅਕਾਲੀ ਲੀਡਰਸ਼ਿਪ ਨੇ ਉਸ ਸਮੇਂ ਜੋ ਰੋਲ ਅਦਾ ਕੀਤਾ, ਉਹ ਹੁਣ ਕਿਸੇ ਸਿੱਖ ਤੋਂ ਲੁਕਿਆ ਨਹੀਂ। ਉਦੋਂ ਸਿੱਖਾਂ ਵਿੱਚ ਕੁਰਸੀਆਂ ਦਾ ਲਾਲਚ ਨਾ ਹੁੰਦਾ ਤਾਂ ਐਡਾ ਵੱਡਾ ਘੱਲੂਘਾਰਾ ਕਦੇ ਨਾ ਵਾਪਰਦਾ। ਇਸ ਘੱਲੂਘਾਰੇ ਦਾ ਕਿਸੇ ਨੂੰ ਕੀ ਦੋਸ਼ ਦੇਣਾ, ਇਹ ਤਾਂ ਆਪਣਿਆਂ ਦੀਆਂ ਹੀ ਗੱਦਾਰੀਆਂ ਦਾ ਨਤੀਜਾ ਏ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਉੱਚੀ ਸੋਚ ਦੇ ਜਿੱਥੇ ਲੱਖਾਂ ਸਿੱਖ ਕਾਇਲ ਸੀ, ਉੱਥੇ ਦੇਸ਼ ਦੇ ਵੱਡੇ ਵੱਡੇ ਨੇਤਾ ਸਵਾਮੀ ਸੁਬਰਮਨੀਅਮ ਵਰਗੇ ਵੀ ਉਹਨਾਂ ਦੀ ਸੋਚ ਦੀ ਕਦਰ ਕਰਦੇ ਸਨ। ਸੁਪਰੀਮ ਕੋਰਟ ਦੇ ਵੱਡੇ ਵਕੀਲ ਰਾਮ ਜੇਠ ਮਲਾਨੀ ਨੇ ਇੱਥੇ ਤੱਕ ਕਿਹਾ ਕਿ ਸੰਤਾਂ ਨੂੰ ਕੋਈ ਸ਼ਬਦੀ ਜਿੱਤ ਨਹੀਂ ਸਕਦਾ, ਜਿਸ ਤੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੀ ਸਿਆਣਪ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਸੰਤ ਜਰਨੈਲ ਸਿੰਘ, ਜਿਨ੍ਹਾਂ ਨੇ ਕਦੇ ਵੀ ਖਾਲਿਸਤਾਨ ਦੀ ਮੰਗ ਨਹੀਂ ਕੀਤੀ ਸੀ, ਪਰ ਉਹ ਕਹਿੰਦੇ ਸਨ ਕਿ ਅਗਰ ਇਸ ਵਾਰ ਭਾਰਤ ਸਰਕਾਰ ਨੇ ਸਾਨੂੰ ਖਾਲਿਸਤਾਨ ਦਿੱਤਾ ਤਾਂ ਅਸੀਂ 1947 ਵਾਲੀ ਗਲਤੀ ਨਹੀਂ ਕਰਾਂਗੇ। ਤਨਖਾਹ ਵਾਲੇ ਸੂਰਮਿਆਂ ਅਤੇ ਗੁਰੂ ਨੂੰ ਸਮਰਪਿਤ ਸੂਰਮਿਆਂ ਵਿੱਚ ਇਹ ਫਰਕ ਹੁੰਦਾ ਏ। ਮੌਤ ਨੂੰ ਮਖੌਲਾਂ ਕਰਨੀਆਂ ਕਿਹੜੀਆਂ ਸੌਖੀਆਂ ਨੇ, ਸਿੱਖੀ ਕਮਾਣੀ ਬੜੀ ਔਖੀ ਏ। ਉਹ ਵੀ ਆਪਣੇ ਆਪ ਨੂੰ ਸਿੱਖ ਮੰਨਦੇ ਸੀ, ਜਿਨ੍ਹਾਂ ਨੇ ਸਰਕਾਰ ਨੂੰ ਚਿੱਠੀਆਂ ਲਿਖ ਕੇ ਇਹ ਸਭ ਕਰਨ ਲਈ ਉਕਸਾਇਆ। ਮੌਕੇ ਦੀ ਅਕਾਲੀ ਲੀਡਰਸ਼ਿਪ ਨੇ ਉਸ ਸਮੇਂ ਜੋ ਰੋਲ ਅਦਾ ਕੀਤਾ, ਉਹ ਹੁਣ ਕਿਸੇ ਸਿੱਖ ਤੋਂ ਲੁਕਿਆ ਥੋੜ੍ਹਾ ਏ। ਅੱਜ ਉਹ ਮੌਕਾ ਪ੍ਰਸਤ ਜੇ ਵਿਚਰ ਰਹੇ ਨੇ ਜਾਂ ਐਸ਼ਾਂ ਕਰ ਰਹੇ ਨੇ, ਤਾਂ ਇਹ ਉਹਨਾਂ ਦੇ ਪੂਰਬਲੇ ਜਨਮਾਂ ਦਾ ਕੋਈ ਚੰਗਾ ਕੰਮ ਹੀ ਹੋਣਾ ਏ। ਇਸ ਜਨਮ ਦੇ ਕਰਮਾਂ ਨੇ ਤਾਂ ਉਹਨਾਂ ਨੂੰ ਖੈਰ। ਅਖੀਰ 1984 ਦੇ ਸਮੂਹ ਸ਼ਹੀਦਾਂ ਨੂੰ ਕੋਟ-ਕੋਟ ਪ੍ਰਣਾਮ ਕਰਦੇ ਹਾਂ ਅਤੇ ਉਹਨਾਂ ਸਾਰੇ ਬੇਗੁਨਾਹਾਂ ਨੂੰ ਅਸੀਂ ਸ਼ਰਧਾ ਦੇ ਫੁੱਲ ਅਰਪਣ ਕਰਦੇ ਹਾਂ ਜੋ ਇਸ ਦੌਰ ਵਿੱਚ ਬਿਨਾਂ ਕਿਸੇ ਗੁਨਾਹ ਦੇ ਸ਼ਹੀਦ ਕੀਤੇ ਗਏ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੋਜ਼ਾਨਾ ਨਿਤਨੇਮ, ਅੰਮ੍ਰਿਤਮਈ ਬਾਣੀ, ਕਥਾ, ਕੀਰਤਨ,
ਢਾਡੀ ਵਾਰਾਂ ਸਰਵਣ ਕਰਨ ਲਈ ਸਬਸਕ੍ਰਾਈਬ ਕਰੋ YouTube ਚੈਨਲ ਗਲੋਬਲ ਗੁਰਬਾਣੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰੋ।